circular flow of income in two sector economy with saving। ਆਪਾਂ ਪਹਿਲਾਂ ਕੀਤਾ ਸੀ ਪਿਛਲੀ ਵੀਡੀਓ ਦੇ ਵਿੱਚ ਟੂ ਸੈਕਟਰ ਮਾਡਲ ਜਿਹਦੇ ਵਿੱਚ ਵਿਦਆਊਟ ਸੇਵਿੰਗ ਦੀ ਗੱਲ ਹੋਈ ਸੀ। ਹੁਣ ਇਹੀ ਟੂ ਸੈਕਟਰ ਮਾਡਲ ਆਪਾਂ ਕਰਨਾ ਜਦੋਂ ਇਕਨੋਮੀ ਦੇ ਵਿੱਚ ਸੇਵਿੰਗਸ ਹੋਣ ਲੱਗ ਜਾਂਦੀਆਂ। ਸਭ ਤੋਂ ਪਹਿਲਾਂ ਆਪਾਂ ਇਹਨੂੰ ਡਿਸਕਸ ਕਰਨ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ ਵੀ ਸੇਵਿੰਗਸ ਕੀ ਹੁੰਦੀਆਂ। ਮੰਨ ਲਓ ਕਿਸੇ ਵਿਅਕਤੀ ਦੀ ਸੈਲਰੀ ਹੈ ਜਿਹੜੀ ਇਨਕਮ ਆ, ਠੀਕ ਹੈ, ਕਿੰਨੀ ਆ 30,000 ਰੁਪਏ। ਉਹ ਕੰਜ਼ੰਪਸ਼ਨ ਕਿੰਨੀ ਕਰਦਾ 20,000 ਰੁਪਏ। ਹੁਣ ਆਪਾਂ ਨੂੰ ਪਤਾ ਵੀ ਜਿਹਦੀ ਵੀ ਕੋਈ ਵੀ ਇਨਕਮ ਹੁੰਦੀ ਹੈ ਸਾਰੀ ਦੀ ਸਾਰੀ ਖਰਚ ਨਹੀਂ ਕਰਦਾ। ਪਹਿਲੇ ਮਾਡਲ ਵਿੱਚ ਆਪਾਂ ਇਹ ਅਜ਼ੰਪਸ਼ਨ ਲਈ ਸੀਗੀ ਵੀ ਸਾਰੀ ਮਨੀ ਉਹ ਖਰਚ ਕਰ ਦੂਗਾ, ਆਪਣੇ ਕੋਲ ਕੋਈ ਵੀ ਸੇਵਿੰਗ ਨਹੀਂ ਹੋਊਗੀ। ਪਰ ਇਹਦੇ ਵਿੱਚ ਕੀ ਕਰਨਾ, ਆਪਾਂ ਇਹਦੇ ਵਿੱਚ ਸੇਵਿੰਗ ਨੂੰ ਲੈਣਾ ਵੀ ਉਹ ਕੁਝ ਨਾ ਕੁਝ ਹਿੱਸਾ ਸੇਵ ਕਰਕੇ ਰੱਖਦਾ, ਕਿਉਂਕਿ ਇਹ ਰਿਐਲਿਟੀ ਆ। ਹੁਣ ਸੈਲਰੀ ਕਿੰਨੀ ਸੀ 30,000, ਉਹਦੇ ਵਿੱਚ ਉਹ ਖਰਚਾ ਕਿੰਨਾ ਕਰ ਦਿੰਦਾ ਆਪਣੀ ਕੰਜ਼ੰਪਸ਼ਨ ਗੁੱਡਸ 'ਤੇ ਜਾਂ ਫਿਰ ਕੋਈ ਵੀ ਚੀਜ਼ਾਂ ਲੈਣ 'ਤੇ ਉਹ 20,000 ਰੁਪਇਆ ਮੰਨ ਲਓ ਖਰਚਾ ਕਰ ਦਿੰਦਾ। ਠੀਕ ਹੈ, ਸੇਵਿੰਗ ਕਿਵੇਂ ਆਊਗੀ? ਹੁਣ ਜਿੰਨੀ ਉਹਦੀ ਸੈਲਰੀ ਸੀ ਉਹਦੇ ਵਿੱਚ ਜਿੰਨਾ ਵੀ ਖਰਚਾ ਮਾਈਨਸ ਕਰਕੇ ਜਿੰਨੇ ਬਾਕੀ ਬਚੇ ਉਹਨੂੰ ਸੇਵਿੰਗ ਕਿਹਾ ਜਾਂਦਾ। ਠੀਕ ਹੈ, ਇਸੇ ਤਰ੍ਹਾਂ ਸੇਵਿੰਗ ਦਾ ਫਾਰਮੂਲਾ ਐਸ ਸਟੈਂਡਸ ਫॉर ਸੇਵਿੰਗ, ਵਾਈ ਸਟੈਂਡ ਫॉर ਇਨਕਮ ਐਂਡ ਸੀ ਸਟੈਂਡ ਫॉर ਦਾ ਕੰਜ਼ੰਪਸ਼ਨ। ਵਾਈ S is equal to Y minus C, ਮਤਲਬ ਸੇਵਿੰਗ ਕਿਹਦੇ ਇਕੁਅਲ ਆ? ਇਨਕਮ ਚੋਂ ਜਦੋਂ ਕੰਜ਼ੰਪਸ਼ਨ ਨੂੰ ਮਾਈਨਸ ਕਰ ਦਿੰਦੇ ਆ ਇਕੁਅਲ ਟੂ ਸੇਵਿੰਗ ਆ ਜਾਂਦਾ। ਠੀਕ ਹੈ, ਇਹਨੂੰ ਸੇਵਿੰਗ ਕਿਹਾ ਜਾਂਦਾ। ਹੁਣ ਅੱਗੇ ਆਪਾਂ ਪੜਾਂਗੇ ਵੀ ਇਹਦਾ ਕੀ ਇਫੈਕਟ ਪੈਂਦਾ ਆਪਣੀ ਇਕਨੋਮੀ 'ਤੇ ਜਾਂ ਫਿਰ ਸਰਕੂਲਰ ਫਲੋ 'ਤੇ ਜਾਂ ਫਿਰ ਇਨਕਮ 'ਤੇ। ਠੀਕ ਹੈ, ਦੇਖੋ ਇੱਥੇ ਇੱਕ ਲਾਈਨ ਲਿਖੀ ਹੋਈ ਆ, ਸੇਵਿੰਗ ਇਨਕਰੀਜ਼ ਦਾ ਸਰਕੂਲਰ ਫਲੋ ਆਫ ਮਨੀ ਐਂਡ ਡਿਕਲਾਈਨ ਦਾ ਇਨਕਮ ਬਿਕੋਜ਼ ਸੇਵਿੰਗ ਰਿਡਿਊਸ ਦਾ ਐਕਸਪੈਂਡੀਚਰ। ਠੀਕ ਹੈ, ਇਹਦਾ ਮਤਲਬ ਕੀ ਹੁੰਦਾ? ਸੇਵਿੰਗ ਕਰਨ ਦੇ ਨਾਲ ਕੀ ਆ, ਜਿਹੜਾ ਕਿਹਦੇ ਵਿੱਚ ਇਨਕਰੀਜ਼ ਆਉਂਦਾ, ਕਿਹਦੇ ਵਿੱਚ ਵਾਧਾ ਆਉਂਦਾ? ਸਰਕੂਲਰ ਫਲੋ ਆਫ ਇਨਕਮ, ਕਿਉਂਕਿ ਮਨੀ ਸਰਕੂਲਰ ਫਲੋ ਆਫ ਮਨੀ ਮਤਲਬ ਜਦੋਂ ਸੇਵਿੰਗ ਹੋਣ ਲੱਗ ਜਾਂਦੀਆਂ ਉਦੋਂ ਜਿਹੜਾ ਫਲੋ ਆ ਉਹ ਕੀ ਹੋ ਜਾਂਦਾ? ਵੱਧ ਜਾਂਦਾ, ਕਿਉਂਕਿ ਜਿਹੜੀ ਆਪਣੀ ਮਨੀ ਆ ਉਹ ਹੋਰਨਾਂ ਸੈਕਟਰ ਦੇ ਵਿੱਚ ਜਾਣ ਲੱਗ ਜਾਂਦੀ ਹੈ। ਠੀਕ ਹੈ, ਆਪਾਂ ਪੜਾਂਗੇ ਵੀ ਇਹਦੇ ਨਾਲ ਹੋਰ ਕਿਹੜਾ ਸੈਕਟਰ ਜੁੜਦਾ ਜਦੋਂ ਸੇਵਿੰਗਸ ਹੋਣ ਲੱਗ ਜਾਂਦੀਆਂ। ਉਸ ਤੋਂ ਬਿਨਾਂ ਜਿਹੜੀ ਸੇਵਿੰਗ ਆ, ਸੇਵਿੰਗ ਹੋਣ ਦੇ ਨਾਲ ਜਿਹੜੀ ਇਨਕਮ ਆ ਉਹ ਕੀ ਹੋ ਜਾਂਦੀ ਹੈ? ਘਟ ਜਾਂਦੀ ਹੈ, ਕਿਉਂਕਿ ਪਹਿਲਾਂ ਜਿਹੜਾ ਖਰਚਾ ਸੀ ਉਹ ਸਾਰਾ ਇਨਕਮ ਦਾ ਸਾਰਾ ਖਰਚਾ ਕਰ ਦਿੱਤਾ ਜਾਂਦਾ ਸੀ। ਹੁਣ ਉਹਦੇ ਵਿੱਚੋਂ ਕੀ ਆ, ਕੁਝ ਪੈਸੇ ਕੱਢ ਕੇ ਰੱਖ ਲਈਦੇ ਆ ਸੇਵਿੰਗ ਵਾਸਤੇ। ਠੀਕ ਹੈ, ਉਹ ਕੀ ਉਹਦੇ ਨਾਲ ਕੀ ਹੈ, ਇਨਕਮ ਜਿਹੜੀ ਹੈਗੀ ਆ ਉਹ ਘਟ ਜੂਗੀ। ਇਹਦੇ ਨਾਲ ਹੀ ਕੀ ਆ, ਐਂਡ ਡਿਕਲਾਈਨ ਇਨਕਮ। ਠੀਕ ਹੈ, ਜਦੋਂ ਇਨਕਮ ਵਿੱਚ ਕਮੀ ਆਉਂਦੀ ਆ ਬਿਕੋਜ਼ ਸੇਵਿੰਗ ਰਿਡਿਊਸ ਦਾ ਐਕਸਪੈਂਡੀਚਰ ਵੀ ਘਟ ਜਾਂਦਾ। ਸੇਵਿੰਗ ਦੇ ਨਾਲ ਐਕਸਪੈਂਡੀਚਰ ਕਿਵੇਂ ਘਟ ਜਾਂਦਾ? ਦੇਖੋ ਪਹਿਲਾਂ ਤਾਂ ਸੈਲਰੀ ਮਿਲਦੀ ਸੀ 30,000 ਰੁਪਏ। ਠੀਕ ਹੈ, ਉਹ 30,000 ਰੁਪਏ ਨੂੰ ਸਾਰਾ ਐਕਸਪੈਂਡੀਚਰ 'ਤੇ ਖਰਚ ਕਰ ਦਿੱਤਾ ਜਾਂਦਾ ਸੀ। ਪਰ ਹੁਣ ਕੀ ਆ, ਕੰਜ਼ੰਪਸ਼ਨ ਕਿੰਨੀ ਹੋ ਰਹੀ ਹੈ, ਐਕਸਪੈਂਡੀਚਰ ਕਿੰਨਾ ਹੋ ਰਿਹਾ? 20,000 ਰੁਪਏ। ਠੀਕ ਹੈ, ਇਸੇ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਵੀ ਸੇਵਿੰਗ ਦੇ ਨਾਲ ਜਿਹੜਾ ਐਕਸਪੈਂਡੀਚਰ ਵੀ ਘਟ ਜਾਂਦਾ, ਪਰ ਜਿਹੜਾ ਉਹਦਾ ਮਨੀ ਦਾ ਫਲੋ ਆ, ਠੀਕ ਹੈ, ਉਹ ਹਮੇਸ਼ਾ ਵੱਧ ਜਾਂਦਾ ਅਤੇ ਐਕਸਪੈਂਡੀਚਰ ਹਮੇਸ਼ਾ ਜਿਹੜਾ ਉਹ ਘੱਟ ਹੋ ਜਾਂਦਾ। ਹੁਣ ਅੱਗੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਫਾਈਨੈਂਸ਼ੀਅਲ ਮਾਰਕੀਟ ਹੈ ਜਾਂ ਫਾਈਨੈਂਸ਼ੀਅਲ ਸਿਸਟਮ ਕੀ ਹੁੰਦਾ। ਠੀਕ ਹੈ, ਕਹਿੰਦੇ ਇਨ ਫ੍ਰੀ ਮਾਰਕੀਟ ਇਕਨੋਮਿਕਸ, ਮਤਲਬ ਫ੍ਰੀ ਮਾਰਕੀਟ ਉਹ ਹੁੰਦੀ ਹੈ ਜਿਹਦੇ ਵਿੱਚ ਕੋਈ ਵੀ ਫਰਮਾਂ ਆ ਜਾ ਸਕਦੀਆਂ। ਠੀਕ ਹੈ, ਕੋਈ ਵੀ ਆਪਣਾ ਕੰਮ ਚਲਾ ਸਕਦਾ। ਕੀ ਕਹਿੰਦੇ ਆ, ਦੇਰ ਐਗਜ਼ਿਸਟ ਆ ਸੈਟ ਆਫ ਇੰਸਟੀਟਿਊਸ਼ਨਸ ਸਚ ਐਜ਼ ਬੈਂਕਸ, ਇੰਸ਼ੋਰੈਂਸ ਕੰਪਨੀਜ਼, financial houses, stock markets where household deposit their savings। ਠੀਕ ਹੈ, ਹੁਣ ਦੇਖੋ ਫ੍ਰੀ ਮਾਰਕੀਟ ਦੇ ਵਿੱਚ ਇੱਕ ਮਾਰਕੀਟ ਆ, ਉਹਦੇ ਵਿੱਚ ਬਹੁਤ ਸਾਰੇ ਬੈਂਕ ਹੁੰਦੇ ਆ, ਇੰਸ਼ੋਰੈਂਸ ਕੰਪਨੀਜ਼ ਹੁੰਦੀਆਂ, ਫਾਈਨੈਂਸ਼ੀਅਲ ਹਾਊਸ ਹੁੰਦੇ ਆ ਜਿਹੜੇ ਲੋਕਾਂ ਨੂੰ ਪੈਸਾ ਵਗੈਰਾ ਦਿੰਦੇ ਆ ਅਤੇ ਉਹਨਾਂ ਦੀਆਂ ਸੇਵਿੰਗਸ ਵਗੈਰਾ ਨੂੰ ਰੱਖਦੇ ਆ। ਠੀਕ ਹੈ, ਆਲ ਦੀਜ਼ ਇੰਸਟੀਟਿਊਸ਼ਨ ਟੂਗੈਦਰ ਆਰ ਕਾਲਡ ਦਾ ਫਾਈਨੈਂਸ਼ੀਅਲ ਮਾਰਕੀਟ ਔਰ ਦਾ ਫਾਈਨੈਂਸ਼ੀਅਲ ਸਿਸਟਮ। ਠੀਕ ਹੈ, ਜਦੋਂ ਸਾਰੇ ਇਹ ਦੇਖੋ ਬੈਂਕਸ, ਇੰਸ਼ੋਰੈਂਸ ਕੰਪਨੀਜ਼, ਫਾਈਨੈਂਸ਼ੀਅਲ ਹਾਊਸਿਸ, ਸਟਾਕ ਮਾਰਕੀਟ, ਇਹ ਜਦੋਂ ਸਾਰੇ ਜਾਣੇ ਟੂਗੈਦਰ ਮਤਲਬ ਇਕੱਠੇ ਹੋ ਜਾਂਦੇ ਆ ਅਤੇ ਆਲ ਦੀਜ਼ ਇੰਸਟੀਟਿਊਸ਼ਨ ਨੂੰ ਜਦੋਂ ਇਕੱਠੇ ਹੋ ਜਾਂਦੇ ਤਾਂ ਉਹਨੂੰ ਕੀ ਕਿਹਾ ਜਾਂਦਾ? ਫਾਈਨੈਂਸ਼ੀਅਲ ਮਾਰਕੀਟ ਜਾਂ ਫਿਰ ਫਾਈਨੈਂਸ਼ੀਅਲ ਸਿਸਟਮ ਕਿਹਾ ਜਾਂਦਾ। ਹੁਣ ਆਪਾਂ ਦੇਖਦੇ ਹਾਂ ਵੀ ਟੂ ਸੈਕਟਰ ਮਾਡਲ ਦੇ ਵਿੱਚ ਜਦੋਂ ਸੇਵਿੰਗਸ ਹੋਣ ਲੱਗਦੀਆਂ ਤਾਂ ਕੀ ਇਫੈਕਟ ਪੈਂਦਾ। ਠੀਕ ਹੈ, ਇਹ ਆਪਾਂ ਡਾਇਗਰਾਮ ਦੀ ਮਦਦ ਨਾਲ ਦੇਖਾਂਗੇ।
ਦੇਖੋ, ਜਦੋਂ ਆਪਾਂ ਨੂੰ ਪਤਾ ਵੀ ਸੇਵਿੰਗਸ ਹੋਣ ਲੱਗ ਗਈਆਂ, ਉਹਦੇ ਵਿੱਚ ਫਾਈਨੈਂਸ਼ੀਅਲ ਸਿਸਟਮ ਜਾਂ ਫਾਈਨੈਂਸ਼ੀਅਲ ਮਾਰਕੀਟਸ ਦੀ ਗੱਲ ਹੋ ਜੂਗੀ। ਠੀਕ ਹੈ, ਆਪਾਂ ਨੂੰ ਪਤਾ ਵੀ ਹਾਊਸ ਹੋਲਡ ਦੀ ਜਦੋਂ ਸੇਵਿੰਗ ਹੁੰਦੀ ਆ ਤਾਂ ਉਹ ਕਿੱਥੇ ਜਮ੍ਹਾਂ ਕਰਾਉਂਦੇ ਆ, ਬੈਂਕ ਵਗੈਰਾ ਵਿੱਚ ਜਮ੍ਹਾਂ ਕਰਾਉਂਦੇ ਆ। ਇਸੇ ਤਰ੍ਹਾਂ ਜੇ ਕਿਸੇ ਬਿਜ਼ਨਸਮੈਨ ਨੂੰ, ਪ੍ਰੋਡਿਊਸਰ ਨੂੰ ਸੇਵਿੰਗ ਹੁੰਦੀ ਆ, ਉਹ ਵੀ ਬੈਂਕ ਵਗੈਰਾ ਦੇ ਵਿੱਚ ਜਮ੍ਹਾਂ ਕਰਵਾ ਦਿੰਦੇ ਆ। ਠੀਕ ਹੈ, ਇਹਨਾਂ ਦੀਆਂ ਸੇਵਿੰਗਸ ਆ ਜਿਹੜੀਆਂ ਉਹ ਬੈਂਕ ਵੱਲ ਚਲੀਆਂ ਜਾਂਦੀਆਂ। ਇਸ ਤੋਂ ਬਿਨਾਂ ਜੇ ਆਪਣੇ ਘਰੇ ਜਾਂ ਫਿਰ ਹੋਰ ਕਿਸੇ ਹਾਊਸ ਹੋਲਡ ਸੈਕਟਰ ਨੂੰ ਕਿਸੇ ਪੈਸੇ ਦੀ ਲੋੜ ਆ ਤਾਂ ਉਹਦੇ ਤੋਂ ਬੋਰਿੰਗਸ ਲੈਂਦਾ, ਕਿਹਦੇ ਤੋਂ, ਬੈਂਕ ਵਗੈਰਾ ਤੋਂ ਜਾਂ ਇੰਸ਼ੋਰੈਂਸ ਕੰਪਨੀ ਤੋਂ ਜਾਂ ਫਿਰ ਫਾਈਨੈਂਸ਼ੀਅਲ ਹਾਊਸਸ ਤੋਂ। ਠੀਕ ਹੈ, ਉਹ ਉਧਾਰ ਲੈਂਦਾ। ਇਸੇ ਤਰ੍ਹਾਂ ਜੇ ਇਹਨਾਂ ਨੇ ਕੰਮ ਚਲਾਉਣਾ, ਪ੍ਰੋਡਿਊਸਰ ਸੈਕਟਰ ਨੇ, ਠੀਕ ਹੈ, ਜਾਂ ਫਿਰ ਬਿਜ਼ਨਸ ਫਰਮਸ ਨੂੰ ਪੈਸੇ ਦੀ ਲੋੜ ਆ, ਉਹਨਾਂ ਨੇ ਇਨਵੈਸਟਮੈਂਟ ਵਗੈਰਾ ਕਰਨੀ ਹੈ। ਠੀਕ ਹੈ, ਉਹ ਕੀ ਆ, ਉਹ ਵੀ ਬੋਰਿੰਗਸ ਕਰਦਾ। ਠੀਕ ਹੈ, ਇਸੇ ਤਰ੍ਹਾਂ ਪਹਿਲਾਂ ਇਹਨਾਂ ਦਾ ਪੈਸਾ ਅੰਦਰ ਜਾਂਦਾ, ਉਹ ਕਢਵਾ ਲੈਂਦੇ ਆ। ਇਸੇ ਤਰ੍ਹਾਂ ਹਾਊਸ ਹੋਲਡ ਦਾ ਪੈਸਾ ਜਾਂਦਾ ਤੇ ਇਹ ਕਢਵਾ ਲੈਂਦੇ। ਠੀਕ ਹੈ, ਪਰ ਜਿਹੜਾ ਪੈਸਾ ਇਹ ਇੱਥੇ ਰੁਕ ਕੇ ਨਹੀਂ ਰਹਿੰਦਾ, ਇਹ ਫਲੋ ਦੇ ਵਿੱਚ ਫਿਰ ਇਨਕਲੂਡ ਹੋ ਜਾਂਦਾ। ਠੀਕ ਹੈ, ਆਪਾਂ ਇਹਦੇ ਵਿੱਚ ਕੁਛ ਨਹੀਂ ਕਰਨਾ, ਬਸ ਕੀ ਧਿਆਨ ਵਿੱਚ ਰੱਖਣਾ, ਜਦੋਂ ਸੇਵਿੰਗਸ ਹੋਣ ਲੱਗ ਜਾਂਦੀਆਂ ਉਦੋਂ ਇੱਕ ਫਾਈਨੈਂਸ਼ੀਅਲ ਮਾਰਕੀਟ ਆ ਜੂਗੀ। ਠੀਕ ਹੈ, ਜਾਂ ਫਾਈਨੈਂਸ਼ੀਅਲ ਸਿਸਟਮ ਆ ਜੂਗਾ ਜਿਹਦੇ ਵਿੱਚ ਲੋਕ ਆਪਣੀਆਂ ਸੇਵਿੰਗਸ ਕਰਦੇ ਆ, ਹਾਊਸ ਹੋਲਡ ਵੀ ਸੇਵਿੰਗ ਕਰੂਗਾ ਤੇ ਪ੍ਰੋਡਿਊਸਰ ਵੀ ਸੇਵਿੰਗ ਕਰੂਗਾ। ਠੀਕ ਹੈ, ਤੇ ਉਹ ਲਊਗਾ ਕਿ ਉਹਦੇ ਤੋਂ ਬੋਰਿੰਗਸ ਕਰ ਦੂਗਾ, ਮਤਲਬ ਉਧਾਰ ਲੈ ਲੂਗਾ ਪੈਸੇ ਵਗੈਰਾ। ਠੀਕ ਹੈ, ਤਾਂ ਕਰਕੇ ਪੈਸਾ ਇੱਥੇ ਰੁਕਦਾ ਨਹੀਂ, ਇਹਦਾ ਫਲੋ ਆ ਕਿਹੜਾ ਉਹ ਬਣਿਆ ਰਹਿੰਦਾ। ਤੇ ਇਸ ਤੋਂ ਅੱਗੇ ਆਪਾਂ ਜਿੱਦਾਂ ਪਹਿਲਾਂ ਪੜ੍ਹਿਆ ਸੀ ਵੀ ਹਾਊਸ ਹੋਲਡ ਆ ਜਿਹੜਾ ਇਹਨਾਂ ਨੂੰ ਸਰਵਿਸਿਜ਼, ਰੀਅਲ ਫਲੋ ਵਿੱਚ ਸਰਵਿਸਿਜ਼ ਦਿੰਦਾ। ਠੀਕ ਹੈ, ਉਹਦੇ ਬਦਲੇ ਵਿੱਚ ਗੁਡਸ ਤੇ ਸਰਵਿਸ ਪ੍ਰੋਡਿਊਸ ਕਰਕੇ ਇਹਨਾਂ ਨੂੰ ਦੇ ਦਿੰਦਾ। ਇਸ ਤੋਂ ਬਿਨਾਂ ਅੱਗੇ ਕੀ ਸੀਗਾ, ਮਨੀ ਫਲੋ ਵਿੱਚ ਜਦੋਂ ਪ੍ਰੋਡਿਊਸਰ ਆ ਜਾਂ ਫਿਰ ਬਿਜ਼ਨਸ ਫਰਮਸ ਆ, ਉਹ ਕੀ ਕਰਦੇ ਆ, ਫੈਕਟਰ ਪੇਮੈਂਟਸ ਦਿੰਦੇ ਆ। ਠੀਕ ਹੈ, ਜਦੋਂ ਉਹਨਾਂ ਕੋਲ ਇਨਕਮ ਆ ਜਾਂਦੀ ਹੈ ਤਾਂ ਉਹ ਕੰਜ਼ੰਪਸ਼ਨ ਐਕਸਪੈਂਡੀਚਰ ਕਰ ਦਿੰਦੇ ਆ। ਇਹ ਫਲੋ ਵਿੱਚ ਕੋਈ ਚੇਂਜ ਨਹੀਂ ਆਊਗਾ, ਰੀਅਲ ਫਲੋ ਤੇ ਮਨੀ ਫਲੋ ਉੱਦਾਂ ਹੀ ਰਹਿਣੇ ਆ। ਇਹਦੇ ਵਿੱਚ ਸਿਰਫ ਕੀ ਇਨਕਲੂਡ ਹੋ ਜਾਣਾ, ਫਾਈਨੈਂਸ਼ੀਅਲ ਸਿਸਟਮ ਇਨਕਲੂਡ ਹੋ ਜਾਣਾ, ਜਿਹਦੇ ਵਿੱਚ ਹਾਊਸ ਹੋਲਡ ਵੀ ਸੇਵਿੰਗ ਕਰੂਗਾ ਤੇ ਪ੍ਰੋਡਕਸ਼ਨ ਸੈਕਟਰ ਵੀ ਸੇਵਿੰਗ ਕਰੂਗਾ। ਇਸ ਤੋਂ ਬਿਨਾਂ ਜਦੋਂ ਸੇਵਿੰਗ ਹੋ ਗਈ ਤਾਂ ਇੱਥੇ ਪੈਸਾ ਇਕੱਠਾ ਹੋ ਜਾਊਗਾ। ਠੀਕ ਹੈ, ਪਰ ਪੈਸਾ ਇੱਥੇ ਰੁਕ ਕੇ ਨਹੀਂ ਰਹੂਗਾ, ਇਹ ਪੈਸਾ ਕਿੱਥੇ ਜਾਊਗਾ, ਹਾਊਸ ਹੋਲਡ ਵੀ ਇਹਨਾਂ ਤੋਂ ਬੋਰੋ ਕਰ ਸਕਦਾ ਤੇ ਪ੍ਰੋਡਕਸ਼ਨ ਸੈਕਟਰ ਵੀ ਇਹਨਾਂ ਤੋਂ ਬੋਰੋ ਕਰ ਸਕਦਾ। ਠੀਕ ਹੈ, ਬਸ ਇਹ ਟੌਪਿਕ ਆਪਣਾ ਇੱਥੇ ਹੀ ਫਿਨਿਸ਼ ਹੋ ਜਾਊਗਾ। ਓਕੇ, ਥੈਂਕ ਯੂ।